हाँ जी, गुड ਈਵਨਿੰਗ फ्रेंड्स। ਅੱਜ ਆਪਾਂ ਜਿਹੜਾ ਮਾਸਟਰ ਗੇਟਰ ਦਾ ਪ੍ਰੀਵੀਅਸ ਈਅਰ ਪੇਪਰ ਆ ਉਸ ਦੇ ਜਿਹੜੇ ਜੋਗਰਾਫੀ ਦੇ ਕੁਐਸਚਨ ਆ ਜਿਹੜੇ ਪੁਰਾਣੇ ਪੇਪਰ ਦੇ ਵਿੱਚ ਆਏ ਹੋਏ ਆ ਉਹਨੂੰ ਡਿਸਕਸ ਕਰਨੇ ਜਾ ਰਹੇ ਹਾਂ। ਤਾਂ ਬਿਨਾਂ ਸਮਾਂ ਗਵਾਏ ਹੋਏ ਸ਼ੁਰੂਆਤ ਕਰਦੇ ਹਾਂ ਪਹਿਲੇ ਕੁਐਸਚਨ ਤੋਂ। ਦੇਖੋ ਜੀ, ਪਹਿਲਾ ਕੁਐਸਚਨ ਕੀ ਕਹਿੰਦਾ। ਪਹਿਲਾ ਕੁਐਸਚਨ, ਪੂਨਮ ਸ਼ਿਫਟਿੰਗ ਕਾਸ਼ਤਕਾਰੀ ਸੰਬੰਧਿਤ ਹੈ। ਪੂਨਮ ਜਿਹੜੀ ਸ਼ਿਫਟਿੰਗ ਕਾਸ਼ਤਕਾਰੀ ਹੈ ਉਹ ਕਿਸ ਸਟੇਟ ਨਾਲ ਸੰਬੰਧਿਤ ਹੈ? ਤਾਂ ਇਸ ਦਾ ਕਰੈਕਟ ਆਨਸਰ ਹੈ ਜੀ ਕੇਰਲ ਨਾਲ। ਹੁਣ ਤੁਸੀਂ ਇਹ ਦੇਖੋ ਕਿ ਇੱਥੇ ਕੁਐਸਚਨ ਜਿਹੜਾ ਪੁੱਛਿਆ ਜਾ ਰਿਹਾ ਉਹ ਸ਼ਿਫਟਿੰਗ ਕਲਟੀਵੇਸ਼ਨ ਨਾਲ ਪੁੱਛਿਆ ਜਾ ਰਿਹਾ। ਤਾਂ ਸ਼ਿਫਟਿੰਗ ਕਲਟੀਵੇਸ਼ਨ ਹੈ ਜਿਹੜੀ ਇਸ ਤਰ੍ਹਾਂ ਦੀ ਕਲਟੀਵੇਸ਼ਨ ਹੈ ਇਹ, ਜਿਸ ਦੇ ਵਿੱਚ ਇੱਕ ਲੈਂਡ ਦਾ ਭੂਮੀ ਦਾ ਟੁਕੜਾ ਇੱਕ ਜਿਸ ਦੇ ਉੱਪਰ ਬਹੁਤ ਸਾਰੇ ਪੇੜ ਪੌਦੇ ਹੁੰਦੇ ਆ ਉਸ ਨੂੰ ਕਲੀਅਰ ਕਰ ਲਿਆ ਜਾਂਦਾ। ਕਲੀਅਰ ਕਰਕੇ ਉੱਥੇ ਫਸਲ ਬੀਜੀ ਜਾਂਦੀ ਹੈ। ਫਸਲ ਹੋਣ ਤੋਂ ਬਾਅਦ ਦੁਬਾਰਾ ਉਸ 'ਤੇ ਫਸਲ ਨਾ ਉਗਾ ਕੇ ਕਿਸੇ ਹੋਰ ਭੂਮੀ ਦੇ ਟੁਕੜੇ ਨੂੰ ਜਿੱਥੇ ਪੇੜ ਪੌਦੇ ਹੈ ਉਸ ਨੂੰ ਕਲੀਅਰ ਕੀਤਾ ਜਾਂਦਾ ਅਤੇ ਉੱਥੇ ਫਸਲ ਉਗਾਈ ਜਾਂਦੀ ਹੈ। ਫਿਰ ਅੱਗੇ ਜਾ ਕੇ ਕਿਸੇ ਹੋਰ ਜਗ੍ਹਾ 'ਤੇ ਇਸ ਤਰ੍ਹਾਂ ਦੀ ਫਸਲ ਉਗਾਈ ਜਾਂਦੀ ਹੈ। ਇਸ ਤਰ੍ਹਾਂ ਕਾਸ਼ਤਕਾਰੀ ਕੀ ਹੋ ਰਹੀ ਹੈ? ਸ਼ਿਫਟ ਹੋ ਰਹੀ ਹੈ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸ਼ਿਫਟ ਹੋ ਰਹੀ ਹੈ। ਠੀਕ ਹੈ, ਸ਼ਿਫਟ ਹੋਣ ਕਾਰਨ ਇਸ ਨੂੰ ਸ਼ਿਫਟਿੰਗ ਕਲਟੀਵੇਸ਼ਨ ਦਾ ਨਾਮ ਦਿੱਤਾ ਗਿਆ। ਠੀਕ ਹੈ, ਅਤੇ ਇਹ ਜਿਹੜੀ ਸ਼ਿਫਟਿੰਗ ਕਲਟੀਵੇਸ਼ਨ ਹੈ ਇਹ ਅਲੱਗ-ਅਲੱਗ ਨਾਵਾਂ ਨਾਲ ਜਿਹੜੀ ਹੈ ਉਹ ਅਲੱਗ-ਅਲੱਗ ਜਗ੍ਹਾ 'ਤੇ ਜਾਣੀ ਜਾਂਦੀ ਹੈ। ਠੀਕ ਹੈ, ਤਾਂ ਇਸ ਦੇ ਬਾਰੇ ਆਪਾਂ ਜਿਹੜਾ ਹੈ ਉਹ ਦੇਖਾਂਗੇ ਕਿ ਕਿੱਥੇ ਇਸ ਨੂੰ ਕਿਸ ਨਾਮ ਨਾਲ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ। ਜੇ ਗੱਲ ਕਰੀਏ ਸਭ ਤੋਂ ਪਹਿਲਾਂ ਪੱਛਮੀ ਘਾਟ ਦੀ, ਤਾਂ ਪੱਛਮੀ ਘਾਟ ਦੇ ਵਿੱਚ ਜਿਹੜਾ ਹੈ ਇਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ? ਪੱਛਮੀ ਘਾਟ ਦੇ ਵਿੱਚ ਵੈਸਟਰਨ ਘਾਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਉੱਥੇ ਨੂੰ ਕੁਮਾਰੀ ਨਾਮ ਦੇ ਨਾਲ ਜਾਣਿਆ ਜਾਂਦਾ। ਠੀਕ ਹੈ, ਕੁਮਾਰੀ। ਜੇ ਗੱਲ ਕਰੀਏ ਮੱਧ ਪ੍ਰਦੇਸ਼ ਦੇ ਵਿੱਚ ਇਸ ਨੂੰ MP ਦੇ ਵਿੱਚ ਦਹੀਆ ਜਾਂ ਬੀਵਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਜਿਹੜੇ ਹੈ ਸ਼ਿਫਟਿੰਗ ਕਲਟੀਵੇਸ਼ਨ ਦੇ ਕਈ ਨਾਮ ਉਹ ਤੁਸੀਂ ਯਾਦ ਰੱਖਣੇ ਆ। ਕੁਐਸਚਨ ਇੱਥੋਂ ਹੀ ਬਣੂਗਾ ਅਤੇ ਇਹ ਸਾਰਾ ਜਿਹੜਾ ਨਾਮ ਆ ਤੁਸੀਂ ਉਹ ਯਾਦ ਰੱਖਣੇ ਹੈ। ਠੀਕ ਹੈ, ਤਾਂ ਫਿਰ ਹੀ ਗੱਲ ਜਿਹੜੀ ਉਹ ਬਣ ਸਕਦੀ ਹੈ। ਅਦਰਵਾਈਜ਼ ਜੇ ਤੁਸੀਂ ਕੁਐਸਚਨ ਨੂੰ ਪੜ੍ਹ ਕੇ ਆਨਸਰ ਪੜ੍ਹ ਕੇ ਉਹਦਾ ਛੱਡਤਾ ਤਾਂ ਉਹ ਸਮਝ 'ਚ ਨਹੀਂ ਆਉਣਾ ਅੱਗੇ। ਅਗਲਾ ਕੁਐਸਚਨ ਦੇਖੋ ਜੀ, ਵਟ ਆਰ ਦਾ ਕੰਪੋਨੈਂਟਸ ਆਫ ਗ੍ਰੀਨ ਰੈਵੋਲਿਊਸ਼ਨ ਇਨ ਇੰਡੀਆ? ਇੰਡੀਆ ਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਦੇ ਕਿਹੜੇ ਕੰਪੋਨੈਂਟ ਹੈ? ਇਹ ਸਿੰਚਾਈ ਹੈ, ਉੱਚ ਉਪਜ ਵਾਲੇ ਬੀਜ ਹੈ, ਖਾਦਾਂ ਦਾ ਪ੍ਰਯੋਗ। ਇਹੀ ਤਿੰਨੋਂ ਕੰਪੋਨੈਂਟ ਆ। ਜਿਹੜੀ ਹਰੀ ਕ੍ਰਾਂਤੀ ਇੰਡੀਆ ਦੇ ਵਿੱਚ ਲਿਆਉਣ ਵਾਲੇ ਵਿਅਕਤੀ ਸੀ ਉਹਨਾਂ ਦਾ ਨਾਮ MS ਸਵਾਮੀਨਾਥਨ। ਠੀਕ ਹੈ, MS ਸਵਾਮੀਨਾਥਨ ਜੀ ਜਿਹੜੇ ਹੈ ਉਹ ਇੰਡੀਆ ਦੇ ਵਿੱਚ ਹਰੀ ਕ੍ਰਾਂਤੀ ਦੇ ਜਨਕ ਮੰਨੇ ਜਾਂਦੇ ਆ, ਜਿਨ੍ਹਾਂ ਨੇ ਜਿਹੜੀ ਹੈ ਇਸ ਤਰ੍ਹਾਂ ਦੇ ਸੀਡਸ ਨੂੰ ਇੰਡੀਆ ਦੇ ਵਿੱਚ ਇਵੈਲੂਏਟ ਕੀਤਾ, ਜਿਸ ਕਾਰਨ ਜਿਹੜੀ ਪ੍ਰੋਡਕਸ਼ਨ ਆ ਕਣਕ ਦੀ ਜਾਂ ਚਾਵਲ ਦੀ ਉਹ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਵੱਧ ਗਈ। ਅਤੇ ਇਸ ਤਰ੍ਹਾਂ ਭਾਰਤੀ ਕ੍ਰਾਂਤੀ ਦਾ ਜਨਕ ਉਹਨਾਂ ਨੂੰ ਮੰਨਿਆ ਜਾਂਦਾ। ਉਹ ਇਸ ਤਰ੍ਹਾਂ ਦੇ ਹਾਈ ਯੀਲਡ ਵੈਰਾਈਟੀ ਸੀਡਸ ਸਨ। ਠੀਕ ਹੈ, ਕਿ ਉਹਨਾਂ ਨੂੰ ਸਿੰਚਾਈ ਵੀ ਬਹੁਤ ਚਾਹੀਦੀ ਸੀ, ਖਾਦਾਂ ਦਾ ਪ੍ਰਯੋਗ ਵੀ ਬਹੁਤ ਕੀਤਾ ਜਾਂਦਾ ਅਤੇ ਉਹ ਬੀਜ ਵੀ ਬਹੁਤ ਉੱਚ ਉਪਜ ਵਾਲੇ ਆ। ਠੀਕ ਹੈ, ਉੱਚ ਉਪਜ ਵਾਲੇ ਬੀਜ ਆ, ਬਹੁਤ ਜ਼ਿਆਦਾ ਜਿਹੜੀ ਹੈ ਉਹ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ, ਤਾਂ ਇਸ ਦਾ ਆਨਸਰ ਜਿਹੜਾ ਹੈ ਦੂਸਰੇ ਨੰਬਰ ਦਾ ਇਸ ਆ ਜਾਊਗਾ ਆਪਸ਼ਨ ਡੀ, ਇਹ ਸਾਰੇ। ਠੀਕ ਹੈ, ਅਗਲਾ ਕੁਐਸਚਨ ਦੇਖੋ ਜੀ, ਮੈਂਸ਼ਨ ਦਾ ਸਟੇਟ ਪ੍ਰੋਮੀਨੈਂਟ ਇਨ ਪ੍ਰੋਡਕਸ਼ਨ ਆਫ ਪੀਪਲ? ਕਾਲੀ ਮਿਰਚ ਦੇ ਵਿੱਚ ਪ੍ਰਸਿੱਧ ਰਾਜ ਕਿਹੜਾ? ਕਾਲੀ ਮਿਰਚ ਹੈ ਜਿਹੜੀ ਜੀ ਇਹ ਬਹੁਤ ਜ਼ਿਆਦਾ ਫੇਮਸ ਸੀ, ਅੱਜ ਵੀ ਫੇਮਸ ਆ, ਅਤੇ ਪੁਰਾਤਨ ਟਾਈਮ ਦੇ ਵਿੱਚ ਇਹਨੂੰ ਕਾਲਾ ਸੋਨਾ, ਠੀਕ ਹੈ, ਕਾਲਾ ਸੋਨਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਕਾਲਾ ਸੋਨਾ ਇਹਨੂੰ ਕਿਹਾ ਜਾਂਦਾ ਸੀ। ਤਾਂ ਕਾਲਾ ਸੋਨਾ ਜਿਹੜਾ ਹੈ ਕਿਉਂਕਿ ਇਸ ਦੀ ਗੁਣਵੱਤਾ ਦੇ ਕਾਰਨ, ਇਸ ਬਹੁਤ ਹੀ ਫੇਮਸ ਹੋਣ ਦੇ ਕਾਰਨ ਇਸ ਨੂੰ ਕਾਲਾ ਸੋਨਾ ਕਿਹਾ ਜਾਂਦਾ ਸੀ, ਅਤੇ ਯੂਰਪ ਮਾਰਕੀਟ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਮੰਗ ਸੀ। ਤਾਂ ਇੱਥੇ ਕੁਐਸਚਨ ਇਹ ਪੁੱਛਿਆ ਗਿਆ ਕਿ ਪ੍ਰੋਡਕਸ਼ਨ ਦੇ ਵਿੱਚ ਕੌਣ ਪ੍ਰੋਮੀਨੈਂਟ ਹੈ? ਕੇਰਲਾ, ਕਰਨਾਟਕਾ ਅਤੇ ਤਾਮਿਲਨਾਡੂ। ਇਹ ਤਿੰਨੇ ਹੀ ਸਟੇਟ ਆ ਜਿਹੜੇ ਇਸ ਦੀ ਪ੍ਰੋਡਕਸ਼ਨ ਦੇ ਵਿੱਚ ਪ੍ਰਸਿੱਧ ਰਾਜ ਆ, ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਅਗਲਾ ਕੁਐਸਚਨ ਦੇਖੋ ਜੀ, ਮੈਂਸ਼ਨ ਦਾ ਜੂਟ ਪ੍ਰੋਡਿਊਸਿੰਗ ਸਟੇਟ ਇਨ ਇੰਡੀਆ? ਇੰਡੀਆ ਦੇ ਵਿੱਚ ਜਿਹੜੇ ਪਟਸਨ ਆ ਉਹ ਸਭ ਤੋਂ ਜ਼ਿਆਦਾ ਕਿਹੜੇ ਰਾਜ ਦੇ ਵਿੱਚ ਹੁੰਦਾ? ਤਾਂ ਵੈਸਟ ਬੰਗਾਲ ਦੇ ਵਿੱਚ ਵੀ, ਬਿਹਾਰ ਦੇ ਵਿੱਚ ਵੀ, ਇਹ ਦੋਨੋਂ ਸਟੇਟ ਆ ਜਿਹੜੇ ਇੱਥੇ ਪਟਸਨ ਬਹੁਤ ਜ਼ਿਆਦਾ ਹੁੰਦਾ। ਤਾਂ ਪਟਸਨ ਦੇ ਨਾਲ ਨਾਲ ਤੁਸੀਂ ਕਈ ਜਿਹੜੇ ਫੈਕਟ ਉਹ ਯਾਦ ਰੱਖਣੇ ਆ। ਪਹਿਲੀ ਪਟਸਨ ਮਿਲ ਹੈ ਜਿਹੜੀ, ਠੀਕ ਹੈ, ਉਹ 1859 ਦੇ ਵਿੱਚ ਰਿਸ਼ਰਾ ਨਾਮ ਦੀ ਜਗ੍ਹਾ ਜਿਹੜੀ ਹੈ ਪੱਛਮੀ ਬੰਗਾਲ ਦੇ ਵਿੱਚ ਕਿਉਂਕਿ ਉਦੋਂ ਪੱਛਮੀ ਬੰਗਾਲ ਨਹੀਂ ਸੀ, ਉਦੋਂ ਸਾਰਾ ਬੰਗਾਲ ਸੀ, ਤਾਂ ਬੰਗਾਲ ਦੇ ਵਿੱਚ 1859 ਦੇ ਵਿੱਚ ਇਹ ਲੱਗੀ ਸੀ। ਇਹ ਵੀ ਇੱਕ ਫੈਕਟ ਆ ਜਿਹੜਾ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਔਰ ਪਟਸਨ ਤੋਂ ਜਿਹੜਾ ਹੈ ਕਈ ਤਰ੍ਹਾਂ ਦੇ ਰੱਸੇ ਜਿਹੜੇ ਹੈ ਬਣਾਏ ਜਾਂਦੇ ਆ, ਬੋਰੀਆਂ ਬਣਾਈਆਂ ਜਾਂਦੀਆਂ। ਠੀਕ ਹੈ, ਅਤੇ ਹੋਰ ਵੀ ਬਹੁਤ ਸਾਰੇ ਪ੍ਰੋਡਕਟ ਜਿਹੜੇ ਪਟਸਨ ਤੋਂ ਬਣਦੇ ਆ। ਅਗਲਾ ਕੁਐਸਚਨ ਦੇਖੋ ਜੀ, ਮੈਂਸ਼ਨ ਦਾ ਮੇਜਰ ਬਾਜਰਾ ਪ੍ਰੋਡਿਊਸਿੰਗ ਸਟੇਟ ਇਨ ਇੰਡੀਆ? ਹੁਣ ਦੇਖੋ ਇੱਥੇ ਕੀਤਾ ਕੀ ਗਿਆ, ਇੱਥੇ ਜਿਹੜਾ ਹੈ ਬਾਜਰਾ ਪ੍ਰੋਡਿਊਸਿੰਗ ਸਟੇਟ, ਬਾਜਰਾ ਉਤਪਾਦਕ ਰਾਜ ਦੱਸੋ?
ਠੀਕ ਹੈ। ਜੇ ਤਾਂ ਉਹਨੇ ਪੁੱਛਿਆ ਹੁੰਦਾ ਕਿ ਸਭ ਤੋਂ ਜ਼ਿਆਦਾ ਬਾਜਰਾ ਕਿੱਥੇ ਹੁੰਦਾ ਹੈ, ਤਾਂ ਸਭ ਤੋਂ ਜ਼ਿਆਦਾ ਬਾਜਰਾ ਜਿਹੜਾ ਉਹ ਰਾਜਸਥਾਨ ਦੇ ਵਿੱਚ ਹੁੰਦਾ ਹੈ। ਠੀਕ ਹੈ, ਇਹ ਗੱਲ ਯਾਦ ਰੱਖਿਓ। ਪਰ ਇੱਥੇ ਉਹਨੇ ਪੁੱਛ ਲਿਆ ਕਿ ਮੇਜਰ ਬਾਜਰਾ ਪ੍ਰੋਡਿਊਸਿੰਗ ਸਟੇਟ, ਤਾਂ ਮਹਾਰਾਸ਼ਟਰ ਦੇ ਵਿੱਚ ਵੀ ਬਾਜਰਾ ਹੁੰਦਾ, ਗੁਜਰਾਤ 'ਚ ਵੀ ਹੁੰਦਾ, ਰਾਜਸਥਾਨ 'ਚ ਵੀ ਹੁੰਦਾ। ਅਤੇ ਇਸ ਦਾ ਆਨਸਰ ਜਿਹੜਾ ਹੈ ਉਹ ਆ ਜਾਊਗਾ ਜੀ, ਇਸ ਦਾ ਆਨਸਰ ਜਿਹੜਾ ਹੈ ਉਹ ਆ ਜਾਊਗਾ ਆਲ ਆਫ ਦੀਸ। ਠੀਕ ਹੈ, ਤਾਂ ਇੱਥੇ ਜਿਹੜਾ ਹੈ ਇਸ ਦਾ ਆਨਸਰ ਬਣਦਾ ਹੈ ਉਹ ਬਣਦਾ ਹੈ ਜੀ ਆਲ ਆਫ ਦੀਸ। ਪਰ ਤੁਹਾਨੂੰ ਇਹ ਵੀ ਇੱਥੇ ਯਾਦ ਰੱਖਣਾ ਚਾਹੀਦਾ ਹੈ ਕਿ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਜਵਾਰ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਦੇ ਵਿੱਚ ਹੁੰਦੀ ਹੈ। ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਕਿ ਜਵਾਰ ਕਿਸ ਰਾਜ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ, ਮਹਾਰਾਸ਼ਟਰ 'ਚ ਹੁੰਦੀ ਹੈ। ਬਾਜਰਾ ਕਿਸ ਰਾਜ ਦੇ ਵਿੱਚ ਹੁੰਦਾ, ਰਾਜਸਥਾਨ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਹੈ। ਅਤੇ ਜਿਹੜਾ ਜੇ ਆਪਾਂ ਗੱਲ ਕਰੀਏ ਜਿਹੜੀ ਰਾਗੀ ਹੁੰਦੀ ਹੈ, ਰਾਗੀ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਕਰਨਾਟਕਾ ਦੇ ਵਿੱਚ ਹੁੰਦੀ ਹੈ। ਠੀਕ ਹੈ, ਤਾਂ ਇਹ ਵੀ ਤੁਸੀਂ ਜਿਹੜੇ ਫੈਕਟ ਹੈ ਯਾਦ ਰੱਖਣੇ ਹੈ, ਇੱਥੋਂ ਵੀ ਕੁਐਸਚਨ ਬਣ ਸਕਦੇ ਆ। ਕਿਉਂਕਿ ਹੁਣ ਦੇਖੋ ਜਿਹੜੇ ਪਿਛਲੇ 2-3 ਕੁਐਸਚਨ ਉਹ ਐਗਰੀਕਲਚਰ ਨਾਲ ਰਿਲੇਟਡ ਪੁੱਛੇ ਗਏ ਆ, ਤਾਂ ਤੁਸੀਂ ਇਹ ਗੱਲਾਂ ਯਾਦ ਰੱਖਣੀਆਂ ਹੈ। ਨੈਕਸਟ ਕੁਐਸਚਨ ਦੇਖੋ ਜੀ, ਵਿਚ ਸਿਟੀ ਇਜ਼ ਕਾਲਡ ਕਾਟਨ ਪੋਲਿਸ ਆਫ ਇੰਡੀਆ। ਕਾਟਨ ਪੋਲਿਸ ਭਾਰਤ ਦਾ ਕਿਹੜਾ ਸ਼ਹਿਰ ਨੂੰ ਕਿਹਾ ਜਾਂਦਾ ਹੈ? ਕਾਟਨ ਪੋਲਿਸ ਦਾ ਮਤਲਬ ਜਿੱਥੇ ਕਾਟਨ ਜ਼ਿਆਦਾ ਹੁੰਦੀ ਹੋਵੇ, ਅਤੇ ਕਾਟਨ ਜਿਹੜੀ ਆ ਸਭ ਤੋਂ ਜ਼ਿਆਦਾ ਉਹ ਮੁੰਬਈ ਅਤੇ ਗੁਜਰਾਤ ਦੇ ਵਿੱਚ ਜ਼ਿਆਦਾ ਹੁੰਦੀ ਆ। ਕਿਉਂ ਜ਼ਿਆਦਾ ਹੁੰਦੀ ਹੈ? ਕਿਉਂਕਿ ਇੱਥੇ ਜਿਹੜੀ ਮਿੱਟੀ ਆ ਬਲੈਕ ਕਾਲੀ ਮਿੱਟੀ ਆ, ਕਾਲੀ ਮਿੱਟੀ ਦੇ ਵਿੱਚ ਕਾਟਨ ਦੀ ਪ੍ਰੋਡਕਸ਼ਨ ਉਹ ਜ਼ਿਆਦਾ ਹੁੰਦੀ ਆ, ਅਤੇ ਇਸੇ ਕਰਕੇ ਇਹਨੂੰ ਜਿਹੜਾ ਹੈ ਕਾਟਨ ਪ੍ਰੋਡਿਊਸਿੰਗ ਸਟੇਟ ਇਹਨਾਂ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਅਤੇ ਜੇ ਗੱਲ ਕਰੀਏ ਇੱਥੇ ਪਹਿਲੀ ਜਿਹੜੀ ਕਾਟਨ ਮਿੱਲ ਹੈ, ਪਹਿਲੀ ਕਾਟਨ ਮਿੱਲ ਹੈ ਉਹ ਕਿੱਥੇ ਲੱਗੀ ਸੀ? ਪਹਿਲੀ ਕਾਟਨ ਮਿੱਲ ਆ ਉਹ 1854 ਦੇ ਵਿੱਚ, ਉਹ ਵੀ ਜਿਹੜੀ ਆ ਬੰਬੇ ਦੇ ਵਿੱਚ ਲੱਗੀ ਸੀ। ਇਹ ਵੀ ਇੱਕ ਫੈਕਟ ਹੈ ਜਿਹੜਾ ਪੁੱਛਿਆ ਜਾ ਸਕਦਾ ਹੈ, ਅਤੇ ਇਹ ਯਾਦ ਰੱਖਿਓ ਤੁਸੀਂ। ਪਹਿਲੀ ਕਾਟਨ ਮਿੱਲ ਆ ਉਹ 1854 ਦੇ ਵਿੱਚ ਬੰਬੇ ਦੇ ਵਿੱਚ ਲੱਗੀ ਸੀ। ਕਿਉਂ ਬੰਬੇ ਦੇ ਵਿੱਚ ਲੱਗੀ ਸੀ? ਫਿਰ ਉਹੀ ਗੱਲ ਆ ਜਾਂਦੀ ਹੈ ਕਿ ਪ੍ਰੋਡਕਸ਼ਨ, ਕਾਟਨ ਦੀ ਪ੍ਰੋਡਕਸ਼ਨ ਦੇ ਵਿੱਚ ਬੰਬੇ ਅਤੇ ਗੁਜਰਾਤ ਇਹ ਬਹੁਤ ਹੀ ਜ਼ਿਆਦਾ ਫੇਮਸ ਨੇ, ਅਤੇ ਇਸ ਕਾਰਨ ਹੀ ਜਿਹੜਾ ਹੈ ਇਹਨੂੰ ਕਾਟਨ ਪੋਲਿਸ ਆਫ ਇੰਡੀਆ ਵੀ ਕਿਹਾ ਜਾਂਦਾ। ਠੀਕ ਹੈ, ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ, ਇਨ ਦਾ ਸਿਲਕ ਪ੍ਰੋਡਕਸ਼ਨ ਇੰਡੀਆ ਦਾ ਜਿਹੜਾ ਸਿਲਕ ਪ੍ਰੋਡਕਸ਼ਨ ਦੇ ਵਿੱਚ ਦੂਜਾ ਸਥਾਨ ਹੈ ਜੀ। ਆਪਸ਼ਨ ਬੀ ਇਹਦਾ ਕਰੈਕਟ ਆਨਸਰ ਹੈ, ਦੂਜਾ ਸਥਾਨ ਹੈ। ਦੂਜਾ ਸਥਾਨ ਕਿਉਂ ਹੈ? ਪਹਿਲਾ ਸਥਾਨ ਕਿਸ ਦਾ ਹੈ? ਪਹਿਲਾ ਸਥਾਨ ਦੀ ਗੱਲ ਕਰੀਏ ਤਾਂ ਫਸਟ ਜਿਹੜਾ ਸਥਾਨ ਆ ਉਹ ਚਾਈਨਾ ਦਾ ਹੈ, ਕਿਉਂਕਿ ਚਾਈਨਾ ਹੀ ਇੱਕ ਐਸਾ ਕੰਟਰੀ ਹੈ ਜਿੱਥੋਂ ਐਵੋਲਿਊਸ਼ਨ ਹੁੰਦੀ ਹੈ, ਜਿੱਥੋਂ ਸਭ ਤੋਂ ਪਹਿਲਾਂ ਜਿਹੜਾ ਉਹ ਸਿਲਕ ਦਾ ਉਤਪਾਦਨ ਕੀਤਾ ਜਾਂਦਾ ਹੈ। ਤਾਂ ਤੁਸੀਂ ਇਹ ਫੈਕਟ ਆ ਜਿਹੜੇ ਉਹ ਯਾਦ ਰੱਖਣੇ ਹੈ। ਨੈਕਸਟ ਦੇਖੋ ਜੀ, ਹਾਂਜੀ ਨੈਕਸਟ ਕੁਐਸਚਨ ਹੈ ਜੀ ਕਿ ਭਾਰਤ ਦਾ ਸਭ ਤੋਂ ਲੰਬਾ ਹਾਈਵੇ ਦੱਸੋ। ਸਭ ਤੋਂ ਲੰਬਾ ਹਾਈਵੇ ਇਸ ਕੁਐਸਚਨ ਦੇ ਅਕੋਰਡਿੰਗ ਜਿਹੜਾ ਉਹ ਨੈਸ਼ਨਲ ਹਾਈਵੇ ਨੰਬਰ 7 ਆ। ਨੈਸ਼ਨਲ ਹਾਈਵੇ ਨੰਬਰ 7 ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਹੈ ਜੀ? ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜੀ, ਕੰਨਿਆ ਕੁਮਾਰੀ ਤੱਕ। ਠੀਕ ਹੈ, ਜੇ ਆਪਾਂ ਗੱਲ ਕਰੀਏ ਨੈਸ਼ਨਲ ਹਾਈਵੇ ਨੰਬਰ 1 ਦੀ, ਨੈਸ਼ਨਲ ਹਾਈਵੇ ਨੰਬਰ 1 ਦੀ, ਤਾਂ ਨੈਸ਼ਨਲ ਹਾਈਵੇ ਨੰਬਰ 1 ਆ ਜਿਹੜਾ ਹੈ ਉਹ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ? ਨੈਸ਼ਨਲ ਹਾਈਵੇ ਨੰਬਰ 1 ਜਿਹੜਾ ਹੈ, ਨੈਸ਼ਨਲ ਹਾਈਵੇ ਨੰਬਰ 1 ਆਪਾਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਨੂੰ ਜੋੜਦਾ ਜੀ, ਅੰਮ੍ਰਿਤਸਰ ਤੋਂ ਦਿੱਲੀ ਨੂੰ ਜੋੜਦਾ। ਨੈਸ਼ਨਲ ਹਾਈਵੇ ਨੰਬਰ 2 ਜਿਹੜਾ ਹੈ ਦਿੱਲੀ ਤੋਂ ਕਲਕੱਤਾ ਤੱਕ ਜਾਂਦਾ ਜੀ। ਇਹ ਫੈਕਟ ਤੁਸੀਂ ਯਾਦ ਕਰਨੇ ਆ ਜੇ ਅਗਲਾ ਐਗਜ਼ਾਮ ਕਰੈਕ ਕਰਨਾ, ਤਾਂ ਇਸ ਤਰ੍ਹਾਂ ਦੇ ਫੈਕਟ ਤੁਹਾਨੂੰ ਯਾਦ ਹੋਣੇ ਚਾਹੀਦੇ। ਹਾਈਵੇ ਤੋਂ ਕੁਐਸਚਨ ਪੁੱਛੇ ਜਾ ਰਹੇ ਆ। ਠੀਕ ਹੈ, ਤਾਂ ਨੈਸ਼ਨਲ ਹਾਈਵੇ ਨੰਬਰ 2 ਦਿੱਲੀ ਟੂ ਕਲਕੱਤਾ ਜੀ। ਉਸ ਤੋਂ ਬਾਅਦ ਜੇ ਗੱਲ ਕਰੀਏ ਨੈਸ਼ਨਲ ਹਾਈਵੇ ਨੰਬਰ 6, ਤਾਂ ਨੈਸ਼ਨਲ ਹਾਈਵੇ ਨੰਬਰ 6 ਅਸਾਮ ਤੋਂ ਲੈ ਕੇ, ਠੀਕ ਹੈ ਜੀ, ਮਿਜ਼ੋਰਮ ਤੱਕ ਜਾਂਦਾ ਜੀ। ਤਾਂ ਇਹ ਚੀਜ਼ਾਂ ਤੁਸੀਂ ਯਾਦ ਕਰਨੀਆਂ ਜੀ ਕਿ ਕਿਹੜਾ ਹਾਈਵੇ ਕਿੱਥੇ ਕਨੈਕਟ ਅਤੇ ਕਿਹਨੂੰ ਕਨੈਕਟ ਕਰਦਾ ਜੀ। ਤਾਂ ਇਸ ਤਰ੍ਹਾਂ ਦੇ ਕੁਐਸਚਨ ਬਾਰ ਰਿਪੀਟ ਹੁੰਦੇ ਆ, ਅਤੇ ਫਿਰ ਉੱਥੇ ਜਾ ਕੇ ਤੁਸੀਂ ਬਾਰ ਤੁਹਾਡੀ ਇਹੀ ਸ਼ਿਕਾਇਤ ਰਹਿੰਦੀ ਹੈ ਜੀ ਕੁਐਸਚਨ ਕਿੱਥੋਂ ਆ ਗਿਆ। ਇਸ ਤਰ੍ਹਾਂ ਦੇ ਕੁਐਸਚਨ ਨਹੀਂ ਪੁੱਛਣੇ ਚਾਹੀਦੇ। ਕੁਐਸਚਨ ਇਸ ਤਰ੍ਹਾਂ ਦੇ ਹੀ ਪੁੱਛੇ ਜਾਂਦੇ ਆ, ਪਰ ਸਮਝਣ ਦੀ ਲੋੜ ਹੈ ਕਿ ਐਗਜ਼ਾਮੀਨਰ ਦਾ ਮਾਈਂਡ ਪੜ੍ਹਨਾ ਸਿੱਖ ਲਓ ਤੁਸੀਂ। ਅਗਲਾ ਕੁਐਸਚਨ ਦੇਖੋ ਜੀ, ਵੈਨ ਵਾਜ਼ ਦਾ ਫਸਟ ਰੇਲਵੇ ਲਾਈਨ ਓਪਰੇਟਡ ਇਨ ਇੰਡੀਆ। ਇੰਡੀਆ ਦੇ ਵਿੱਚ ਪਹਿਲੀ ਰੇਲਵੇ ਲਾਈਨ ਕਦੋਂ ਕਿਰਿਆਸ਼ੀਲ ਹੋਈ? ਤਾਂ ਪਹਿਲੀ ਜਿਹੜੀ ਰੇਲਵੇ ਲਾਈਨ ਆ ਉਹ 1853 ਦੇ ਵਿੱਚ, 1853 ਦੇ ਵਿੱਚ ਕਿੱਥੋਂ ਤੋਂ ਕਿੱਥੋਂ ਤੱਕ? ਬੰਬੇ। ਇੱਥੇ ਇੱਕ ਗੱਲ ਦੱਸਦਾ ਮੈਂ, ਕਈ ਜਗ੍ਹਾ 1854 ਵੀ ਲਿਖਿਆ ਹੋਇਆ, ਕਈ ਜਗ੍ਹਾ 1853 ਵੀ ਲਿਖਿਆ ਹੋਇਆ, ਤਾਂ ਇਹ ਦੋਨੇ ਹੀ ਤੁਸੀਂ ਇਸ ਦਾ ਆਨਸਰ ਮਾਰਕ ਕਰ ਸਕਦੇ ਹੋ। ਪਰ ਮੈਂ 1853 ਦੇ ਨਾਲ ਜਾਣਾ ਚਾਹੂੰਗਾ, ਕਿਉਂਕਿ NCERT ਦੇ ਵਿੱਚ 1853 ਲਿਖਿਆ ਹੋਇਆ। ਬੰਬੇ ਟੂ ਠਾਣੇ ਤੱਕ ਹੀ ਚਲਾਈ ਗਈ ਸੀ। ਰੂਟ ਇਹਦਾ 34 ਕਿਲੋਮੀਟਰ ਸੀ, ਰੂਟ ਆ ਜਿਹੜਾ ਉਹ 34 ਕਿਲੋਮੀਟਰ ਸੀ। ਅਤੇ
ਇਹ ਜਿਹੜੀ ਟ੍ਰੇਨ ਆ ਉਹ ਚਲਾਈ ਗਈ ਸੀ। ਤਾਂ ਉਸ ਟਾਈਮ 'ਤੇ ਗਵਰਨਰ ਕੌਣ ਸੀ? ਭਾਰਤ ਦਾ ਗਵਰਨਰ ਕੌਣ ਸੀ? ਤਾਂ ਲਾਰਡ ਡਲਹੌਜ਼ੀ ਸੀਗਾ ਜੀ, ਲਾਰਡ ਡਲਹੌਜ਼ੀ। ਇਹ ਯਾਦ ਰੱਖਿਓ ਤੁਸੀਂ, ਲਾਰਡ ਡਲਹੌਜ਼ੀ ਸੀ ਭਾਰਤ ਦਾ ਗਵਰਨਰ। ਅਤੇ ਉਸਨੇ ਇਹ ਜਿਹੜੀ ਰੇਲਵੇ ਦੀ ਸ਼ੁਰੂਆਤ ਉਸ ਦੇ ਟਾਈਮ 'ਚ ਹੀ ਇਹ ਹੋਈ ਸੀਗੀ। ਠੀਕ ਹੈ ਜੀ। ਤਾਂ ਇੱਕ ਗੱਲ ਹੋਰ ਲਾਰਡ ਡਲਹੌਜ਼ੀ ਨਾਲ ਰਿਲੇਟਡ ਹੈ ਕਿ ਜਿਹੜੀ ਪੋਸਟ ਆਫਿਸ ਹੈ ਜਿਹੜਾ ਜੀ, ਪੋਸਟ ਆਫਿਸ ਦੀ ਸ਼ੁਰੂਆਤ ਵੀ ਲਾਰਡ ਡਲਹੌਜ਼ੀ ਦੇ ਟਾਈਮ 'ਚ ਇਸੇ ਸਾਲ ਜਿਹੜੀ ਹੈ ਉਹ ਹੋਈ ਸੀ। ਅਗਲਾ ਕੁਐਸਚਨ ਦੇਖੋ ਜੀ, ਇੰਡੀਆ ਹੈਜ਼ ਦਾ ਡੈਸ਼ ਲਾਰਜੈਸਟ ਰੇਲਵੇ ਨੈਟਵਰਕ ਇਨ ਦਾ ਵਰਲਡ। ਭਾਰਤ ਦਾ ਰੇਲਵੇ ਨੈਟਵਰਕ ਦੇ ਵਿੱਚ ਕਿੰਨਵਾਂ ਸਥਾਨ ਆ? ਤਾਂ ਇਸਦਾ ਆਨਸਰ ਹੈ ਜੀ ਡੀ, ਚੌਥਾ ਸਥਾਨ ਆ। ਚਲੋ ਚੌਥਾ ਸਥਾਨ ਹੈ, ਇਹ ਵੀ ਠੀਕ ਹੈ, ਪਰ ਪਹਿਲਾ ਸਥਾਨ ਕਿਸ ਦਾ? ਪਹਿਲਾ ਸਥਾਨ ਆ ਜਿਹੜਾ ਕਿਸ ਦਾ? ਉਹ ਹੈਗਾ ਜੀ ਰੂਸ ਦਾ। ਉਹ ਕਿਹਦਾ ਜੀ? ਰੂਸ ਦਾ। ਤਾਂ ਇਹ ਫੈਕਟ ਵੀ ਤੁਸੀਂ ਯਾਦ ਰੱਖਣਾ ਕਿ ਪਹਿਲਾ ਸਥਾਨ ਕਿਸ ਦਾ ਰੇਲਵੇ ਦੇ ਵਿੱਚ? ਤਾਂ ਉਹ ਰੂਸ ਦਾ ਹੈ। ਅਗਲਾ ਕੁਐਸਚਨ ਦੇਖੋ ਜੀ, ਵੇਅਰ ਇਜ਼ ਦਾ ਮੋਨੋ ਰੇਲ ਓਪਰੇਟਡ ਇਨ ਇੰਡੀਆ। ਮੋਨੋ ਰੇਲ ਸਭ ਤੋਂ ਪਹਿਲਾਂ ਕਿੱਥੇ ਚੱਲਦੀ ਹੈ? ਮੋਨੋ ਰੇਲ ਜਿਹੜੀ ਹੈ ਜਿਸ ਦੇ ਵਿੱਚ ਇੱਕ ਹੀ ਪਟੜੀ ਹੁੰਦੀ ਹੈ ਜੀ, ਇੱਕ ਪਟੜੀ ਹੁੰਦੀ ਆ, ਸਿੰਗਲ ਲਾਈਨ ਹੁੰਦੀ ਆ। ਠੀਕ ਹੈ। ਅਤੇ ਉਹ ਲਾਈਨ ਹੈ ਜਿਹੜੀ ਉਹ ਧਰਤੀ 'ਤੇ ਨਹੀਂ ਚੱਲਦੀ, ਧਰਤੀ ਤੋਂ ਉੱਪਰ ਵੱਡੇ ਵੱਡੇ ਪਿੱਲਰ ਖੜ੍ਹੇ ਕੀਤੇ ਜਾਂਦੇ ਆ, ਇਹਨਾਂ ਪਿੱਲਰਾਂ ਦੇ ਉੱਪਰ ਆ ਜਿਹੜੀ ਉਹ ਰੇਲ ਜਿਹੜੀ ਹੈ ਉਹ ਚੱਲਦੀ ਹੈ ਸਿੰਗਲ ਟਰੈਕ ਦੇ ਉੱਪਰ। ਠੀਕ ਹੈ। ਅਤੇ ਇਸ ਤਰ੍ਹਾਂ ਜਿਹੜੀ ਆ ਉਹਨੂੰ ਮੋਨੋ ਰੇਲ ਕਹਿ ਦਿੰਦੇ ਆ। ਤਾਂ ਮੋਨੋ ਰੇਲ ਆ ਜਿਹੜੀ ਉਹ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਕਿੱਥੇ ਆਪਰੇਟ ਕੀਤੀ ਗਈ? ਤਾਂ ਆਪਸ਼ਨ ਬੀ ਆ ਜਿਹੜਾ ਮੁੰਬਈ ਦੇ ਵਿੱਚ ਇਹ ਆਪਰੇਟ ਕੀਤੀ ਗਈ ਸੀ। ਠੀਕ ਹੈ। ਅਤੇ ਇਹ ਤੁਸੀਂ ਯਾਦ ਰੱਖਣਾ ਹੈ। ਅਗਲਾ ਕੁਐਸਚਨ ਦੇਖੋ ਜੀ, ਵਿਚ ਨੈਸ਼ਨਲ ਹਾਈਵੇ ਪਾਸਿਸ ਥਰੂ ਪੰਜਾਬ। ਜਿਵੇਂ ਉੱਪਰ ਆਪਾਂ ਡਿਸਕਸ ਕੀਤਾ ਸੀ ਕਿ ਕਿਹੜਾ ਨੈਸ਼ਨਲ ਹਾਈਵੇ ਹੈ ਜਿਹੜਾ ਪੰਜਾਬ 'ਚ ਲੰਘਦਾ। ਤਾਂ ਨੈਸ਼ਨਲ ਹਾਈਵੇ ਨੰਬਰ 1, ਨੈਸ਼ਨਲ ਹਾਈਵੇ ਨੰਬਰ 1 ਕਿੱਥੋਂ ਤੋਂ ਕਿੱਥੋਂ ਤੱਕ? ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ। ਠੀਕ ਹੈ। ਅੰਮ੍ਰਿਤਸਰ ਤੋਂ ਜਿਹੜਾ ਅੰਬਾਲਾ, ਠੀਕ ਹੈ, ਕੁਰੂਕਸ਼ੇਤਰ ਦੇ ਰਾਹੀਂ ਜਿਹੜਾ ਰਸਤਾ ਦਿੱਲੀ ਨੂੰ ਆਉਂਦਾ, ਇਹ ਨੈਸ਼ਨਲ ਹਾਈਵੇ ਨੰਬਰ 1 ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਠੀਕ ਹੈ। ਉਸ ਤੋਂ ਬਾਅਦ ਆਪਾਂ ਇਹਦੇ ਨਾਲ ਡਿਸਕਸ ਕਰਾਂਗੇ ਨੈਸ਼ਨਲ ਹਾਈਵੇ ਨੰਬਰ 2। ਨੈਸ਼ਨਲ ਹਾਈਵੇ ਨੰਬਰ 2 ਵੀ ਤੁਹਾਨੂੰ ਦੱਸਿਆ ਸੀ ਜੀ। ਤਾਂ ਨੈਸ਼ਨਲ ਹਾਈਵੇ ਨੰਬਰ 2 ਆ ਜਿਹੜਾ ਉਹ ਹੈ ਦਿੱਲੀ ਟੂ ਕਲਕੱਤਾ ਹੈ, ਦਿੱਲੀ ਟੂ ਕਲਕੱਤਾ ਹੈ। ਉਸ ਤੋਂ ਬਾਅਦ ਨੈਸ਼ਨਲ ਹਾਈਵੇ ਨੰਬਰ 3 ਹੈ ਜੀ, ਨੈਸ਼ਨਲ ਹਾਈਵੇ ਨੰਬਰ 3 ਹੈ ਜਿਹੜਾ ਕਿਹਨੂੰ ਕਨੈਕਟ ਕਰਦਾ? ਇਹ ਤੁਸੀਂ ਕਮੈਂਟ ਕਰਕੇ ਦੱਸਣਾ ਜੀ ਕਿ ਕਿਸ ਨੂੰ ਕਨੈਕਟ ਕਰਦਾ। ਨੈਸ਼ਨਲ ਹਾਈਵੇ ਨੰਬਰ 3 ਅਤੇ 4 ਕਿਸ ਨੂੰ ਕਨੈਕਟ ਕਰੇਗਾ? ਇਹ ਤੁਸੀਂ ਕਮੈਂਟ ਦੇ ਵਿੱਚ ਦੱਸੋ ਤਾਂ ਕਿ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਹੋ ਸਕੇ। ਠੀਕ ਹੈ ਜੀ। ਅਗਲਾ ਕੁਐਸਚਨ ਦੱਸੋ ਜੀ, ਲਾਲ ਬਹਾਦਰ ਸ਼ਾਸਤਰੀ ਇੰਟਰਨੈਸ਼ਨਲ ਏਅਰਪੋਰਟ ਸਿਚੁਏਟਡ ਐਟ। ਲਾਲ ਬਹਾਦਰ ਅੰਤਰਰਾਸ਼ਟਰੀ ਹਵਾਈ ਅੱਡਾ ਕਿੱਥੇ ਸਥਿਤ ਹੈ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਸੀ ਵਾਰਾਣਸੀ। ਠੀਕ ਹੈ। ਆਪਸ਼ਨ ਸੀ ਵਾਰਾਣਸੀ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਇੰਟਰਨੈਸ਼ਨਲ ਏਅਰਪੋਰਟ ਹੈ ਜੀ। ਤਾਂ ਇਸ ਦਾ ਨਾਮ ਲਾਲ ਬਹਾਦਰ ਸ਼ਾਸਤਰੀ ਕਦੋਂ ਰੱਖਿਆ ਗਿਆ ਸੀ? 2005 ਦੇ ਵਿੱਚ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਤੁਸੀਂ ਇਹ ਵੀ ਦੇਖਣਾ ਕਿ ਦਿੱਲੀ ਦੇ ਵਿੱਚ ਕਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ? ਤਾਂ ਦਿੱਲੀ ਦੇ ਵਿੱਚ ਜਿਹੜਾ ਹੈ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ। ਠੀਕ ਹੈ। ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਆ ਜਿਹੜਾ ਉਹ ਦਿੱਲੀ ਦੇ ਵਿੱਚ ਆ। ਇਸ ਤੋਂ ਬਾਅਦ ਤੁਸੀਂ ਦੇਖਣਾ ਕਿ ਹੈਦਰਾਬਾਦ ਦੇ ਵਿੱਚ ਏਅਰਪੋਰਟ ਕਿਹੜਾ ਜੀ? ਤਾਂ ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਆ ਜਿਹੜਾ ਉਹ ਹੈਦਰਾਬਾਦ ਦੇ ਵਿੱਚ ਹੈ ਜੀ। ਤਾਂ ਤੁਸੀਂ ਦੇਖੋ ਕਿ ਏਅਰਪੋਰਟ ਜਿਹੜਾ ਹੈ ਰੋਡਸ, ਹਾਈਵੇ, ਏਅਰਪੋਰਟ, ਇਸ ਨਾਲ ਰਿਲੇਟਡ ਕੁਐਸਚਨ ਆ ਜਿਹੜੇ ਉਹ ਜੋਗਰਾਫੀ ਵਾਲੇ ਪਾਰਟ ਵਿੱਚ ਪੁੱਛੇ ਜਾ ਰਹੇ ਆ। ਜੇ ਮਾਸਟਰ ਕੇਡਰ ਵਿੱਚ ਤੁਹਾਡਾ ਆਪਸ਼ਨ ਜੋਗਰਾਫੀ ਹੈ ਤਾਂ ਇਸ ਤਰ੍ਹਾਂ ਦੇ ਕੁਐਸਚਨਾਂ ਨੂੰ ਤਿਆਰ ਕਰਕੇ ਜਾਣਾ ਹੈ, ਚਿੰਤਾ ਕਰਨ ਦੀ ਲੋੜ ਨਹੀਂ ਹੈ। ਥਿਓਰੀ ਵਾਲਾ ਸਾਰਾ ਪਾਰਟ ਆਪਾਂ ਇਸ ਦੇ ਵਿੱਚ ਕਵਰ ਕਰਾਂਗੇ, ਆਪਣੇ ਚੈਨਲ ਦੇ ਵਿੱਚ ਕਵਰ ਕਰਾਂਗੇ। ਤਾਂ ਉੱਥੋਂ ਤੁਸੀਂ ਸਾਰਾ ਕੁਛ ਫ੍ਰੀ ਆਫ ਕਾਸਟ ਲੈ ਸਕਦੇ ਹੋ। ਠੀਕ ਹੈ। ਤਾਂ ਅਗਲਾ ਕੁਐਸਚਨ ਦੇਖੋ ਜੀ, ਅਗਲਾ ਕੁਐਸਚਨ ਕੀ ਹੈ? ਸਾਂਬਰ ਲੇਕ ਸਿਚੁਏਟਡ ਇਨ। ਸਾਂਬਰ ਲੇਕ ਕਿੱਥੇ ਸਥਿਤ ਹੈ? ਤਾਂ ਸਾਂਬਰ ਲੇਕ ਆ ਜਿਹੜੀ ਸਭ ਤੋਂ ਪਹਿਲਾਂ ਤਾਂ ਖਾਰੇ ਪਾਣੀ ਦੀ ਝੀਲ ਆ, ਇਹਦਾ ਜਿਹੜਾ ਪਾਣੀ ਆ ਉਹ ਸਾਲਟ ਵਾਟਰ ਲੇਕ ਹੈ ਜੀ। ਤਾਂ ਇਹ ਕਿੱਥੇ ਸਥਿਤ ਹੈ ਜੀ? ਇਹ ਰਾਜਸਥਾਨ ਦੇ ਵਿੱਚ ਸਥਿਤ ਹੈ। ਤਾਂ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਪਰ ਇਸ ਦੇ ਨਾਲ ਨਾਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਉੜੀਸਾ ਦੇ ਵਿੱਚ ਕਿਹੜੀ ਝੀਲ ਹੈ? ਤਾਂ ਚਿਲਕਾ ਲੇਕ ਆ ਜੀ। ਚਿਲਕਾ ਲੇਕ ਜਿਹੜੀ ਹੈ, ਚਿਲਕਾ ਝੀਲ ਉੜੀਸਾ ਦੇ ਵਿੱਚ ਆ। ਇਹ ਸਭ ਤੋਂ ਜਿਹੜੀ ਵੱਡੀ ਖਾਰੇ ਪਾਣੀ ਦੀ ਝੀਲ ਹੈ, ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਆ ਜਿਹੜੀ ਚਿਲਕਾ ਲੇਕ ਆ, ਜਿਹੜੀ ਕਿ ਉੜੀਸਾ ਦੇ ਵਿੱਚ ਆ। ਉਸ ਤੋਂ ਬਾਅਦ ਜੇ ਤੁਸੀਂ ਗੱਲ ਕਰੋ ਮਣੀਪੁਰ ਦੀ, ਤਾਂ ਲੋਕਟਕ ਲੇਕ ਆ ਜਿਹੜੀ ਉਹ ਮਣੀਪੁਰ ਦੇ ਵਿੱਚ ਆ। ਮਣੀਪੁਰ ਦੇ ਵਿੱਚ ਜਿਹੜੀ ਲੋਕਟਕ ਲੇਕ ਹੈ ਸਭ ਤੋਂ ਜ਼ਿਆਦਾ ਜਿਹੜੀ ਇਹਨੂੰ ਕਹਿ ਦਿੰਦੇ ਆਪਾਂ ਫਲੋਟਿੰਗ ਲੇਕ ਵੀ ਕਹਿ ਦਿੰਦੇ ਹਾਂ ਜੀ। ਫਲੋਟਿੰਗ ਲੇਕ ਹੈ ਇਹ, ਤੈਰਦੀ ਹੋਈ ਝੀਲ ਆ। ਅਤੇ ਇਸ 'ਤੇ ਤੁਹਾਨੂੰ ਬਹੁਤ ਸਾਰੇ ਜਿਹੜੇ ਟਾਪੂ ਹੈ, ਛੋਟੇ ਛੋਟੇ ਟਾਪੂ, ਉਹ ਤੈਰਦੇ ਹੋਏ ਮਿਲਣਗੇ, ਆਈਲੈਂਡ ਤੈਰਦੇ ਹੋਏ ਮਿਲਣਗੇ। ਇਸੇ ਕਰਕੇ ਇਸ ਨੂੰ ਫਲੋਟਿੰਗ ਲੇਕ ਵੀ ਜਿਹੜੀ ਆ ਉਹ ਕਹਿ ਦਿੰਦੇ ਆ। ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖਣਾ ਹੈ
ਕਿਹੜੀ ਜਿਹੜੀ ਹੈ ਸਾਂਬਰ ਲੇਕ ਕਿੱਥੇ ਹੈ ਜੀ, ਰਾਜਸਥਾਨ ਦੇ ਵਿੱਚ, ਚਿਲਕਾ ਲੇਕ ਉੜੀਸਾ ਦੇ ਵਿੱਚ, ਅਤੇ ਮਣੀਪੁਰ ਦੇ ਵਿੱਚ ਲੋਕਟਕ ਲੇਕ ਹੈ ਜੀ। ਠੀਕ ਹੈ ਜੀ, ਤਾਂ ਵਧਦੇ ਹਾਂ ਜੀ ਅਗਲੇ ਕੁਐਸਚਨ ਦੀ ਤਰਫ। ਠੀਕ ਹੈ ਜੀ, ਅਗਲਾ ਕੁਐਸਚਨ ਦੇਖੋ ਜੀ। ਅਗਲਾ ਕੁਐਸਚਨ ਜਿਹੜਾ ਹੈ ਉਸ ਦੇ ਵਿੱਚ ਦੇਖੋ, ਵਿਚ ਸਟੇਟ ਹੈਜ਼ ਦਾ ਲਾਰਜੈਸਟ ਸੈਕਸ ਰੇਸ਼ੀਓ ਇਨ ਇੰਡੀਆ। ਇੰਡੀਆ ਦੇ ਵਿੱਚ ਸਭ ਤੋਂ ਹਾਈਐਸਟ ਸੈਕਸ ਰੇਸ਼ੀਓ ਕਿੱਥੇ ਹੈ, ਤਾਂ ਉਹ ਕੇਰਲਾ ਦੇ ਵਿੱਚ ਹੈ ਜੀ। ਕੇਰਲਾ ਦੇ ਵਿੱਚ ਸਭ ਤੋਂ ਹਾਈਐਸਟ ਸੈਕਸ ਰੇਸ਼ੀਓ ਹੈ। ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਸਭ ਤੋਂ ਲੋਐਸਟ ਹੈ ਜੀ ਸਿੱਕਮ ਦੇ ਵਿੱਚ। ਠੀਕ ਹੈ, ਸਿੱਕਮ ਦੇ ਵਿੱਚ ਤਾਂ ਸੈਕਸ ਰੇਸ਼ੀਓ ਨਾਲ ਸੰਬੰਧਿਤ ਕਈ ਕੁਐਸਚਨ ਪੁੱਛੇ ਜਾਣਗੇ, ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ ਜੀ। ਅਗਲਾ ਕੁਐਸਚਨ ਦੇਖੋ ਜੀ, ਵੈਨ ਵਾਜ਼ ਦਾ ਪ੍ਰੋਜੈਕਟ ਟਾਈਗਰ ਬਰਾਊਟ ਅੰਡਰ ਇੰਪਲੀਮੈਂਟੇਸ਼ਨ। ਪ੍ਰੋਜੈਕਟ ਟਾਈਗਰ ਕਦੋਂ ਲਾਗੂ ਕੀਤਾ ਗਿਆ? ਪ੍ਰੋਜੈਕਟ ਟਾਈਗਰ ਆ ਜਿਹੜਾ ਉਹ 1973 ਦੇ ਵਿੱਚ ਲਾਗੂ ਕੀਤਾ ਗਿਆ ਸੀ, ਤਾਂ ਆਪਸ਼ਨ ਬੀ ਇਹਦਾ ਕਰੈਕਟ ਆਨਸਰ ਹੈ ਜੀ। ਪਰ ਇਹ ਪ੍ਰੋਜੈਕਟ ਟਾਈਗਰ ਜਿਹੜਾ ਹੈ ਕਿਉਂ ਲਾਗੂ ਕੀਤਾ ਗਿਆ, ਕਿਉਂਕਿ ਟਾਈਗਰਾਂ ਦੀ ਸੰਖਿਆ ਜਿਹੜੀ ਉਹ ਬਹੁਤ ਜ਼ਿਆਦਾ ਘੱਟ ਗਈ ਸੀ। ਤਾਂ 1973 ਦੇ ਵਿੱਚ 9 ਟਾਈਗਰ ਰਿਜ਼ਰਵ ਆ ਜਿਹੜੇ ਉਹ ਸਥਾਪਿਤ ਕੀਤੇ ਗਏ ਸੀ, ਪਰ ਹੁਣ ਇਹਦੀ ਸੰਖਿਆ ਕਿੰਨੀ ਹੋ ਗਈ ਹੈ ਜੀ ਅੱਜ ਦੀ ਘੜੀ ਵਿੱਚ, ਜਿਸ ਟਾਈਮ ਇਹ ਵੀਡੀਓ ਬਣਾਈ ਜਾ ਰਹੀ ਹੈ, ਤਾਂ 52 ਹੋ ਗਈ ਹੈ ਜੀ। ਤਾਂ ਟਾਈਗਰ ਰਿਜ਼ਰਵ ਦੇ ਨਾਮ ਵੀ ਤੁਸੀਂ ਯਾਦ ਕਰ ਸਕਦੇ ਹੋ, ਜਿਵੇਂ ਪੀਲੀਭੀਤ ਜਿਹੜਾ ਟਾਈਗਰ ਰਿਜ਼ਰਵ ਆ ਉੱਤਰ ਪ੍ਰਦੇਸ਼ ਦੇ ਵਿੱਚ ਆ, ਦੁਧਵਾ ਟਾਈਗਰ ਰਿਜ਼ਰਵ ਵੀ ਉੱਤਰ ਪ੍ਰਦੇਸ਼ ਦੇ ਵਿੱਚ ਆ, ਪਲਮਾਊ ਟਾਈਗਰ ਰਿਜ਼ਰਵ ਆ ਜਿਹੜਾ ਝਾਰਖੰਡ ਦੇ ਵਿੱਚ ਆ। ਠੀਕ ਹੈ, ਅਤੇ ਇਸ ਤੋਂ ਇਲਾਵਾ ਜਿਹੜਾ ਮੁਕੰਦਰਾ ਹਿਲਸ ਟਾਈਗਰ ਰਿਜ਼ਰਵ ਆ ਰਾਜਸਥਾਨ ਦੇ ਵਿੱਚ ਆ, ਕਾਜ਼ੀਰੰਗਾ ਜਿਹੜਾ ਟਾਈਗਰ ਰਿਜ਼ਰਵ ਆ ਉਹ ਅਸਾਮ ਦੇ ਵਿੱਚ ਹੈ। ਤਾਂ ਬਹੁਤ ਸਾਰੇ ਜੋ ਨਾਮ ਆ ਜਿਹੜੇ ਤੁਸੀਂ ਉਹ ਯਾਦ ਕਰ ਸਕਦੇ ਹੋ। ਠੀਕ ਹੈ, ਤਾਂ ਉਹ ਤੁਸੀਂ ਯਾਦ ਕਰਨੇ ਹੋ। ਤਾਂ ਅੱਜ ਦੀ ਵੀਡੀਓ ਦੇ ਵਿੱਚ ਲਗਭਗ ਅਸੀਂ 15-16 ਕੁਐਸਚਨ ਆ ਜਿਹੜੇ ਡਿਸਕਸ ਕੀਤੇ ਆ, ਅਤੇ ਜਲਦ ਹੀ ਜਿਹੜੀ ਦੂਸਰਾ ਪਾਰਟ ਵੀ ਇਸ ਦਾ ਲੈ ਕੇ ਆ ਰਹੇ ਹਾਂ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਕਰੋ ਜੀ ਵੱਧ ਤੋਂ ਵੱਧ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਹੁਤ ਬਹੁਤ ਧੰਨਵਾਦ ਜੀ।